ਭਰਾ ਦਾ ਹਿੱਸਾ ਖਾਣ ਵਾਲੇ ਨੂੰ ਪਰਮਾਤਮਾ ਕਿਹੜੀ ਸਜ਼ਾ ਦਿੰਦਾ ਹੈ। ਦੋਸਤੋ, ਆਓ ਇਸ ਸਿੱਖਿਆਦਾਇਕ ਵੀਡੀਓ ਰਾਹੀਂ ਮੈਂ ਤੁਹਾਨੂੰ ਸਮਝਾਉਂਦੀ ਹਾਂ। ਜੇਕਰ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਲਿਆ ਤਾਂ ਵਿਸ਼ਵਾਸ ਮੰਨਿਓ ਤੁਸੀਂ ਜ਼ਿੰਦਗੀ 'ਚ ਕਦੇ ਭਰਾ ਦਾ ਹਿੱਸਾ ਨਹੀਂ ਮਾਰੋਗੇ। ਦੋਸਤੋ, ਇੱਕ ਪਿੰਡ ਵਿੱਚ ਚਮਕੌਰ ਤੇ ਕੁਲਵੀਰ ਨਾਮ ਦੇ ਦੋ ਭਰਾ ਰਹਿੰਦੇ ਸਨ। ਦੋਵੇਂ ਭਰਾਵਾਂ ਦਾ ਵਿਆਹ ਹੋ ਚੁੱਕਿਆ ਸੀ। ਚਮਕੌਰ ਵੱਡਾ ਸੀ ਤੇ ਕੁਲਵੀਰ ਛੋਟਾ। ਚਮਕੌਰ ਬੜਾ ਹੀ ਚਲਾਕ ਕਿਸਮ ਦਾ ਇਨਸਾਨ ਸੀ, ਪਰ ਉਸਦਾ ਛੋਟਾ ਭਰਾ ਕੁਲਵੀਰ ਬਹੁਤ ਮਿਹਨਤੀ ਤੇ ਸਿੱਧਾ ਸਾਦਾ ਸੀ। ਦੋਵਾਂ ਭਰਾਵਾਂ ਦੇ ਹਿੱਸੇ ਬਰਾਬਰ ਦੀ ਜ਼ਮੀਨ ਆਈ ਸੀ, ਪਰ ਜਦੋਂ ਵੀ ਫਸਲ ਕੱਟਦੀ ਤਾਂ ਚਮਕੌਰ ਦੇ ਖੇਤ ਵਿੱਚੋਂ ਜਿੰਨਾ ਅਨਾਜ ਨਿਕਲਦਾ ਉਸ ਤੋਂ ਦੁੱਗਣਾ ਕੁਲਵੀਰ ਦੇ ਖੇਤ ਵਿੱਚੋਂ ਨਿਕਲਦਾ, ਤੇ ਇਹ ਦੇਖ ਕੇ ਚਮਕੌਰ ਬਹੁਤ ਸੜਦਾ। ਚਮਕੌਰ ਦੇ ਖੇਤਾਂ 'ਚ ਘੱਟ ਅਨਾਜ ਨਿਕਲਣ ਦਾ ਕਾਰਨ ਸੀ ਉਸਦਾ ਇੱਧਰ ਉੱਧਰ ਤੁਰੇ ਫਿਰੇ ਰਹਿਣਾ, ਆਪਣਾ ਜ਼ਿਆਦਾ ਸਮਾਂ ਅਵਾਰਾਗਰਦੀ 'ਚ ਬਿਤਾਉਣਾ, ਆਪਣੇ ਦੋਸਤਾਂ ਨਾਲ ਸਾਰਾ ਦਿਨ ਬੈਠ ਕੇ ਤਾਸ਼ ਖੇਡਣਾ ਤੇ ਹਾਸਾ ਮਜ਼ਾਕ ਕਰਨਾ। ਉਹ ਆਪਣੀ ਫਸਲ ਦੀ ਸਹੀ ਢੰਗ ਨਾਲ ਦੇਖਭਾਲ ਵੀ ਨਹੀਂ ਕਰਦਾ ਸੀ, ਨਾ ਉਸਦੀ ਸਮੇਂ 'ਤੇ ਗੁਡਾਈ ਕਰਦਾ ਤੇ ਨਾ ਹੀ ਸਮੇਂ 'ਤੇ ਫਸਲ ਨੂੰ ਪਾਣੀ ਦਿੰਦਾ ਸੀ। ਇਸੇ ਕਰਕੇ ਉਸਦੀ ਫਸਲ ਉਸਦੇ ਛੋਟੇ ਭਰਾ ਤੋਂ ਘੱਟ ਪੈਦਾ ਹੁੰਦੀ ਸੀ। ਦੋਸਤੋ, ਵਿਦਵਾਨਾਂ ਨੇ ਇੱਕ ਗੱਲ ਕਹੀ ਹੈ ਕਿ ਗਊ ਸੇਵਾ, ਵਿਦਿਆ, ਔਰਤ, ਸੱਜਣ ਪੁਰਸ਼ ਨਾਲ ਮੇਲ ਮਿਲਾਪ, ਬੱਚਾ, ਵਰਤ ਤੇ ਖੇਤੀ, ਇਹਨਾਂ ਦੀ ਜੇਕਰ ਸਹੀ ਢੰਗ ਨਾਲ ਦੇਖਭਾਲ ਨਾ ਕੀਤੀ ਗਈ ਤਾਂ ਇਹ ਨਸ਼ਟ ਹੋ ਜਾਂਦੇ ਹਨ। ਮਨੁੱਖ ਇਹਨਾਂ ਦੀ ਚਾਹ ਕੇ ਵੀ ਅਣਦੇਖੀ ਨਾ ਕਰੇ। ਦੂਜੀ ਗੱਲ ਧਨ ਦੇ ਵਿਸ਼ੇ 'ਚ ਕਹੀ ਗਈ ਹੈ ਕਿ ਧਨ ਮਨੁੱਖ ਦੇ ਕੋਲ ਤਾਂ ਹੀ ਇਕੱਠਾ ਹੁੰਦਾ ਹੈ ਜੇਕਰ ਉਹ ਇਹਨਾਂ ਚਾਰ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਿਆਨ 'ਚ ਰੱਖਦਾ ਹੈ। ਪਹਿਲੀ ਗੱਲ, ਧਨ ਦੀ ਉਤਪਤੀ ਹਮੇਸ਼ਾ ਚੰਗੇ ਕਰਮਾਂ ਨਾਲ ਹੁੰਦੀ ਹੈ। ਦੂਜੀ ਗੱਲ, ਕਾਬਲੀਅਤ ਨਾਲ ਧਨ 'ਚ ਵਾਧਾ ਹੁੰਦਾ ਹੈ। ਤੀਜੀ ਗੱਲ, ਚਲਾਕੀ ਨਾਲ ਧਨ ਤੁਹਾਡੇ ਕੋਲ ਜਮ੍ਹਾਂ ਹੋ ਜਾਂਦਾ ਹੈ। ਚੌਥੀ ਗੱਲ, ਸਮੇਂ-ਸਮੇਂ 'ਤੇ ਉਸਦੀ ਦੇਖਭਾਲ ਕਰਦੇ ਰਹਿਣ ਨਾਲ ਉਹ ਤੁਹਾਡੇ ਕੋਲ ਹਮੇਸ਼ਾ ਸੁਰੱਖਿਅਤ ਰਹਿੰਦਾ ਹੈ। ਦੋਸਤੋ, ਮਨੁੱਖ ਦੀ ਜ਼ਿੰਦਗੀ 'ਚ ਤਰੱਕੀ ਦੇ 6 ਮੂਲ ਮੰਤਰ ਦੱਸੇ ਗਏ ਹਨ। ਪਹਿਲਾ ਹੈ ਉਦਯੋਗ ਭਾਵ ਵਪਾਰ। ਦੂਜਾ ਹੈ ਸੰਗਮ ਅਰਥਾਤ ਮਿਲ ਜੁਲ ਕੇ ਕੰਮ ਕਰਨਾ। ਤੀਜਾ ਹੈ ਕਾਬਲੀਅਤ ਭਾਵ ਹੁਸ਼ਿਆਰੀ ਦੇ ਨਾਲ ਕੰਮ ਕਰਨਾ। ਚੌਥਾ ਹੈ ਧੀਰਜ, ਇਸ ਦਾ ਮਤਲਬ ਹੈ ਗੰਭੀਰਤਾ ਪੂਰਵਕ ਜਲਦਬਾਜ਼ੀ 'ਚ ਜਾਂ ਹੜਬੜਾਹਟ 'ਚ ਕੰਮ ਨਹੀਂ ਕਰਨਾ। ਪੰਜਵਾਂ ਹੈ ਯਾਦਦਾਸ਼ਤ ਭਾਵ ਅਗਲੀਆਂ ਪਿਛਲੀਆਂ ਗਲਤੀਆਂ ਨੂੰ ਯਾਦ ਰੱਖਣਾ ਤੇ ਉਹਨਾਂ ਤੋਂ ਕੁਝ ਸਿੱਖਣਾ। ਛੇਵਾਂ ਹੈ ਸੋਚ ਸਮਝ ਕੇ ਕੰਮ ਸ਼ੁਰੂ ਕਰਨਾ। ਇਹ ਤਰੱਕੀ ਦੇ 6 ਮੂਲ ਮੰਤਰ ਦੱਸੇ ਗਏ ਹਨ। ਦੋਸਤੋ, ਤੁਹਾਨੂੰ ਇੱਕ ਹੋਰ ਮਹੱਤਵਪੂਰਨ ਗੱਲ ਦੱਸਦੀ ਹਾਂ। ਜੇਕਰ ਜ਼ਿੰਦਗੀ 'ਚ ਕਦੇ ਧਨ ਤੋਂ ਵਾਂਝੇ ਨਹੀਂ ਹੋਣਾ ਚਾਹੁੰਦੇ ਤਾਂ ਇਹਨਾਂ 6 ਕੰਮਾਂ ਨੂੰ ਧਿਆਨ 'ਚ ਰੱਖਣਾ। ਪਹਿਲਾ, ਕਦੇ ਨਸ਼ਾ ਨਾ ਕਰਨਾ। ਦੂਜਾ, ਨੀਂਦ ਤੇ ਜਿੱਤ ਹਾਸਲ ਕਰਨਾ। ਤੀਜਾ, ਜ਼ਰੂਰੀ ਗੱਲਾਂ ਦੀ ਜਾਣਕਾਰੀ ਰੱਖਣਾ। ਚੌਥਾ, ਆਪਣੀ ਅੱਖ, ਮੂੰਹ ਤੇ ਕੰਨਾਂ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ। ਨੰਬਰ 5, ਦੁਸ਼ਟ ਯਾਰ ਦੋਸਤਾਂ ਤੇ ਸੰਬੰਧੀਆਂ ਤੇ ਭਰੋਸਾ ਨਾ ਕਰਨਾ। ਨੰਬਰ 6, ਮੂਰਖ ਪੁੱਤ ਨੂੰ ਕੋਈ ਜ਼ਿੰਮੇਵਾਰੀ ਨਾ ਸੌਂਪਣਾ। ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ 'ਚ ਸਹੀ ਢੰਗ ਨਾਲ ਅਪਣਾ ਲਿਆ ਤਾਂ ਨਾ ਤਾਂ ਤੁਸੀਂ ਕਦੇ ਪੈਸਿਆਂ ਲਈ ਦੁਖੀ ਹੋਵੋਗੇ ਤੇ ਨਾ ਕਿਸੇ ਤਰ੍ਹਾਂ ਦੀ ਮੁਸੀਬਤ ਵਿੱਚ ਪਓਗੇ। ਦੋਸਤੋ, ਚਮਕੌਰ ਤੇ ਕੁਲਵੀਰ ਦੋਵੇਂ ਭਰਾ ਇੱਕ ਹੀ ਸਮੇਂ ਖੇਤਾਂ 'ਚ ਫਸਲ ਬੀਜਦੇ ਹਨ, ਪਰ ਜਦੋਂ ਫਸਲ ਕੱਟਦੀ ਸੀ ਤਾਂ ਚਮਕੌਰ ਦਾ ਅਨਾਜ ਉਸਦੇ ਛੋਟੇ ਭਰਾ ਤੋਂ ਘੱਟ ਨਿਕਲਦਾ ਸੀ। ਇਹ ਦੇਖ ਕੇ ਚਮਕੌਰ ਤੇ ਉਸਦੀ ਪਤਨੀ ਦੋਵਾਂ ਨੂੰ ਸਾੜਾ ਹੋਣ ਲੱਗਿਆ। ਦੋਸਤੋ, ਜਾਣਦੇ ਹੋ ਮਨੁੱਖ ਦੀ ਤਰੱਕੀ ਵਿੱਚ ਸਭ ਤੋਂ ਵੱਡਾ ਰੋੜਾ ਕੀ ਹੁੰਦਾ ਹੈ? ਸਭ ਤੋਂ ਵੱਡਾ ਰੋੜਾ ਹੁੰਦਾ ਹੈ ਦੂਜੇ ਦੀ ਤਰੱਕੀ ਦੇਖ ਕੇ ਸੜਨਾ। ਜੋ ਮਨੁੱਖ ਦੂਜਿਆਂ ਦੀ ਤਰੱਕੀ ਨੂੰ ਦੇਖ ਕੇ ਸੜਦਾ ਹੈ ਉਹ ਆਪਣੀ ਤਰੱਕੀ ਕਰਨਾ ਭੁੱਲ ਜਾਂਦਾ ਹੈ। ਫਿਰ ਉਹ ਦੂਜਿਆਂ ਦੀ ਤਰੱਕੀ ਰੋਕਣ 'ਚ ਆਪਣਾ ਸਮਾਂ ਬਰਬਾਦ ਕਰ ਦਿੰਦਾ ਹੈ, ਸਾਰੀ ਬੁੱਧੀ, ਸਾਰਾ ਪੈਸਾ ਖਰਚ ਕਰ ਦਿੰਦਾ ਹੈ। ਚਮਕੌਰ ਨੇ ਸੋਚਿਆ ਕਿ ਛੋਟਾ ਭਰਾ ਆਪਣੇ ਖੇਤ 'ਚ ਬਹੁਤ ਮਿਹਨਤ ਕਰਦਾ ਹੈ, ਇਸ ਲਈ ਉਸਦੇ ਖੇਤ 'ਚ ਸਭ ਤੋਂ ਜ਼ਿਆਦਾ ਅਨਾਜ ਪੈਦਾ ਹੋ ਜਾਂਦਾ ਹੈ। ਕਿਉਂ ਨਾ ਮੈਂ ਛੋਟੇ ਭਰਾ ਦੇ ਨਾਲ ਮਿਲ ਕੇ ਸਾਂਝੀ ਖੇਤੀ ਕਰਾਂ। ਇਸ ਦੇ 2 ਫਾਇਦੇ ਹੋਣਗੇ। ਇੱਕ ਤਾਂ ਮੈਨੂੰ ਕੰਮ ਵੀ ਜ਼ਿਆਦਾ ਨਹੀਂ ਕਰਨਾ ਪਵੇਗਾ, ਦੂਜਾ ਅਨਾਜ ਵੀ ਮੈਨੂੰ ਬਹੁਤ ਸਾਰਾ ਮਿਲ ਜਾਵੇਗਾ। ਇਹ ਸੋਚ ਕੇ ਚਮਕੌਰ ਇੱਕ ਦਿਨ ਕੁਲਵੀਰ ਨੂੰ ਕਹਿੰਦਾ ਹੈ, ਦੇਖ ਭਰਾਵਾ, ਮੈਂ ਤੈਨੂੰ ਇੱਕ ਸੁਝਾਅ ਦਿੰਦਾ ਹਾਂ। ਇਸ ਵਿੱਚ ਸਾਡੇ ਦੋਵਾਂ ਭਰਾਵਾਂ ਦਾ ਫਾਇਦਾ ਹੋਵੇਗਾ। ਹਾਲੇ ਤੱਕ ਅਸੀਂ ਦੋਵੇਂ ਇਕੱਲੇ ਖੇਤੀ ਕਰਦੇ ਆਏ ਹਾਂ, ਕਿਉਂ ਨਾ ਅਸੀਂ ਦੋਵੇਂ ਇਕੱਠੇ ਮਿਲ ਕੇ ਖੇਤੀ ਕਰੀਏ। ਕਿਉਂਕਿ ਕਹਿੰਦੇ ਹਨ ਕਿ
ਇਕੱਲੇ ਰਾਹ ਚੱਲਣ ਤੋਂ ਚੰਗਾ ਹੈ 2 ਲੋਕ ਹੋਣ। 4 ਨੂੰ ਮਿਲ ਕੇ ਖੇਤੀ ਕਰਨਾ ਚੰਗਾ ਹੈ। 5 ਨੂੰ ਮਿਲ ਕੇ ਭੋਜਨ ਕਰਨਾ ਚੰਗਾ ਹੈ। ਅਨੇਕਾਂ ਨੂੰ ਮਿਲ ਕੇ ਯੁੱਧ ਲੜਨਾ ਚੰਗਾ ਹੈ। ਇਸ ਤਰ੍ਹਾਂ ਕਰਨ ਨਾਲ ਕੰਮ ਆਸਾਨ ਤੇ ਜ਼ਿੰਦਗੀ 'ਚ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਤੂੰ ਵੀ ਆਪਣੇ ਖੇਤਾਂ ਵਿੱਚ ਇਕੱਲਾ ਲੱਗਿਆ ਰਹਿੰਦਾ ਹੈ ਤੇ ਮੈਂ ਵੀ। ਇਸ ਲਈ ਅਸੀਂ ਕੰਮ ਨੂੰ ਸਹੀ ਸਮੇਂ ਤੇ ਨਹੀਂ ਕਰ ਸਕਦੇ। ਜੇਕਰ ਦੋਵੇਂ ਮਿਲ ਕੇ ਕਰਾਂਗੇ ਤਾਂ ਕੰਮ ਜਲਦੀ ਹੋ ਜਾਵੇਗਾ ਤੇ ਸਮੇਂ ਤੇ ਵੀ ਪੂਰਾ ਹੋ ਜਾਵੇਗਾ। ਵੱਡੇ ਭਰਾ ਦੀ ਗੱਲ ਸੁਣ ਕੇ ਛੋਟਾ ਭਰਾ ਬੋਲਿਆ, ਭਰਾਵਾ, ਜੇਕਰ ਇਹੋ ਜਿਹੀ ਗੱਲ ਹੈ ਤਾਂ ਠੀਕ ਹੈ, ਅੱਜ ਤੋਂ ਅਸੀਂ ਇਕੱਠੇ ਹੀ ਖੇਤੀ ਕਰਾਂਗੇ। ਇਸ ਤੋਂ ਚੰਗੀ ਹੋਰ ਕੀ ਗੱਲ ਹੋਵੇਗੀ। ਮਿਲ ਜੁਲ ਕੇ ਕੰਮ ਕਰਨ ਨਾਲ ਕੰਮ ਆਸਾਨ ਵੀ ਹੋ ਜਾਵੇਗਾ ਤੇ ਭਰਾਵਾਂ ਦਾ ਪਿਆਰ ਵੀ ਵਧੇਗਾ। ਛੋਟਾ ਭਰਾ ਬੜਾ ਭੋਲਾ ਸੀ। ਉਹ ਇਕੱਠੇ ਖੇਤੀ ਕਰਨ ਨੂੰ ਤਿਆਰ ਹੋ ਗਿਆ। ਇੱਧਰ ਜਦੋਂ ਬਰਸਾਤ ਦਾ ਮੌਸਮ ਆਇਆ ਤਾਂ ਛੋਟੇ ਭਰਾ ਨੇ ਵੱਡੇ ਭਰਾ ਨੂੰ ਕਿਹਾ, ਭਰਾਵਾ, ਚੱਲ ਕੇ ਖੇਤ ਵਾਹ ਲਈਏ। ਮੀਂਹ ਪੈਣ ਤੋਂ ਬਾਅਦ ਅਸੀਂ ਆਪਣੇ ਖੇਤਾਂ 'ਚ ਸਮੇਂ ਤੇ ਬੀਜ ਪਾ ਦੇਵਾਂਗੇ। ਵੱਡਾ ਭਰਾ ਬੋਲਿਆ, ਹਾਂ, ਤੂੰ ਠੀਕ ਕਹਿੰਦਾ ਹੈ, ਖੇਤਾਂ ਨੂੰ ਵਾਹ ਦੇਣਾ ਚਾਹੀਦਾ ਹੈ। ਚੱਲ ਤੂੰ ਖੇਤ ਪਹੁੰਚ, ਮੈਂ ਉਦੋਂ ਤੱਕ ਦੂਜੇ ਪਿੰਡ 'ਚ ਹੋ ਕੇ ਆਉਂਦਾ ਹਾਂ, ਉੱਥੇ ਇੱਕ ਜ਼ਰੂਰੀ ਕੰਮ ਹੈ। ਇਸ ਤਰ੍ਹਾਂ ਬਹਾਨਾ ਬਣਾ ਕੇ ਉਹ ਤਾਂ ਘੁੰਮਣ ਲਈ ਚਲਾ ਗਿਆ ਤੇ ਛੋਟਾ ਭਰਾ ਵਿਚਾਰਾ ਖੇਤ ਵਾਹੁਣ 'ਚ ਲੱਗਿਆ ਰਿਹਾ। ਚਮਕੌਰ ਇੱਧਰ ਸ਼ਾਮ ਨੂੰ ਜਦੋਂ ਵਾਪਸ ਆਇਆ, ਉਦੋਂ ਤੱਕ ਛੋਟੇ ਭਰਾ ਨੇ ਸਾਰੇ ਖੇਤ ਵਾਹ ਦਿੱਤੇ ਸਨ। ਇਸੇ ਤਰ੍ਹਾਂ ਖੇਤਾਂ 'ਚ ਬੀਜ ਪਾਉਣ ਦਾ ਸਮਾਂ ਆਇਆ ਤਾਂ ਛੋਟੇ ਭਰਾ ਨੇ ਫਿਰ ਆਪਣੇ ਭਰਾ ਨੂੰ ਕਿਹਾ ਕਿ ਚੱਲ ਭਰਾਵਾ, ਹੁਣ ਅਸੀਂ ਆਪਣੇ ਖੇਤਾਂ 'ਚ ਬਿਜਾਈ ਕਰੀਏ। ਵੱਡੇ ਭਰਾ ਨੇ ਫਿਰ ਬਹਾਨਾ ਬਣਾਇਆ ਤੇ ਬੋਲਿਆ, ਛੋਟੇ, ਅੱਜ ਮੈਂ ਇੱਕ ਜ਼ਰੂਰੀ ਮੀਟਿੰਗ ਵਿੱਚ ਜਾਣਾ ਹੈ, ਤੂੰ ਚੱਲ, ਮੈਂ ਹੁਣੇ ਮੀਟਿੰਗ ਤੋਂ ਹੋ ਕੇ ਆਉਂਦਾ ਹਾਂ। ਛੋਟਾ ਭਰਾ ਫਿਰ ਇਕੱਲਾ ਹੀ ਚੱਲ ਪਿਆ ਤੇ ਖੇਤਾਂ 'ਚ ਬਿਜਾਈ ਕਰਨ ਲੱਗਿਆ। ਚਮਕੌਰ ਜਦੋਂ ਵਾਪਸ ਆਇਆ, ਉਦੋਂ ਤੱਕ ਖੇਤਾਂ ਦੀ ਬਿਜਾਈ ਪੂਰੀ ਹੋ ਚੁੱਕੀ ਸੀ। ਕੁਲਵੀਰ ਨੇ ਸੋਚਿਆ, ਚਲੋ ਕੋਈ ਗੱਲ ਨਹੀਂ, ਵੱਡਾ ਭਰਾ ਹੈ, ਕਿਸੇ ਜ਼ਰੂਰੀ ਕੰਮ ਤੋਂ ਜਾਂਦਾ ਹੋਵੇਗਾ। ਉਹ ਵਿਚਾਰਾ ਇਕੱਲਾ ਹੀ ਪੂਰਾ ਦਿਨ ਖੇਤ 'ਚ ਲੱਗਿਆ ਰਹਿੰਦਾ ਸੀ। ਇਸ ਤਰ੍ਹਾਂ ਜਦੋਂ ਵੀ ਖੇਤ ਦੇ ਕੰਮ ਕਰਨ ਦਾ ਸਮਾਂ ਆਉਂਦਾ ਤਾਂ ਚਮਕੌਰ ਕੋਈ ਨਾ ਕੋਈ ਬਹਾਨਾ ਬਣਾ ਕੇ ਘਰੋਂ ਨਿਕਲ ਜਾਂਦਾ ਸੀ। ਖੇਤਾਂ ਦਾ ਸਾਰਾ ਕੰਮ ਛੋਟੇ ਭਰਾ ਕੁਲਵੀਰ ਨੂੰ ਇਕੱਲੇ ਹੀ ਕਰਨਾ ਪੈਂਦਾ ਸੀ। ਉਹ ਬਹੁਤ ਹੀ ਜ਼ਿਆਦਾ ਸਿੱਧਾ ਸੀ, ਜਿਸ ਕਰਕੇ ਆਪਣੇ ਭਰਾ ਨੂੰ ਕੁਝ ਕਹਿੰਦਾ ਵੀ ਨਹੀਂ ਸੀ ਤੇ ਵੱਡਾ ਭਰਾ ਹਮੇਸ਼ਾ ਕੰਮ ਤੋਂ ਜੀ ਚੁਰਾਉਂਦਾ ਸੀ ਤੇ ਉਸਦੇ ਕੰਮ ਵਿੱਚ ਹਮੇਸ਼ਾ ਕਮੀਆਂ ਕੱਢਦਾ ਰਹਿੰਦਾ ਸੀ। ਇੱਧਰ ਹੌਲੀ-ਹੌਲੀ ਜਦੋਂ ਫਸਲ ਪੱਕ ਕੇ ਤਿਆਰ ਹੋਈ ਤਾਂ ਫਸਲ ਕੱਟਣ ਦੇ ਸਮੇਂ ਵੀ ਚਮਕੌਰ ਖੇਤ ਨਾ ਪਹੁੰਚਿਆ ਤੇ ਉਸ ਵਿਚਾਰੇ ਨੂੰ ਫਸਲ ਵੀ ਇਕੱਲੇ ਹੀ ਕੱਟਣੀ ਪਈ। ਫਸਲ ਕੱਟ ਕੇ ਛੋਟੇ ਭਰਾ ਨੇ ਸਾਰਾ ਅਨਾਜ ਕੱਟ ਕੇ ਘਰੇ ਲਿਆ ਕੇ ਰੱਖ ਲਿਆ। ਫਸਲ ਬਹੁਤ ਚੰਗੀ ਹੋਈ ਸੀ, ਇਸ ਲਈ ਅਨਾਜ ਵੀ ਬਹੁਤ ਸਾਰਾ ਨਿਕਲਿਆ। ਛੋਟਾ ਭਰਾ ਅਨਾਜ ਨੂੰ ਘਰੇ ਰੱਖ ਕੇ ਆਪਣੇ ਸਹੁਰੇ ਚਲਾ ਗਿਆ। ਕੋਈ ਬਹੁਤ ਹੀ ਜ਼ਰੂਰੀ ਕੰਮ ਸੀ, ਇਸ ਲਈ ਆਪਣੀ ਪਤਨੀ ਦੇ ਨਾਲ ਆਪਣੇ ਸਹੁਰੇ ਘਰ ਚਲਾ ਗਿਆ। ਸੋਚਿਆ, ਜਦੋਂ ਵਾਪਸ ਆਵਾਂਗਾ ਤਾਂ ਅਨਾਜ ਦਾ ਬਟਵਾਰਾ ਕਰ ਲਵਾਂਗੇ। ਇੱਧਰ ਅਨਾਜ ਨੂੰ ਦੇਖ ਕੇ ਚਮਕੌਰ ਦੀ ਨੀਅਤ ਖਰਾਬ ਹੋ ਗਈ। ਉਸਦੇ ਮਨ ਵਿੱਚ ਬੇਈਮਾਨੀ ਆ ਗਈ। ਉਸਨੇ ਸੋਚਿਆ, ਛੋਟਾ ਭਰਾ ਆਪਣੇ ਸਹੁਰੇ ਗਿਆ ਹੋਇਆ ਹੈ, ਕਿਉਂ ਨਾ ਇਸ ਅਨਾਜ 'ਚੋਂ 10-5 ਬੋਰੇ ਭਰ ਕੇ ਆਪਣੇ ਘਰ ਰੱਖ ਲਵਾਂ। ਜਦੋਂ ਬਟਵਾਰਾ ਹੋਵੇਗਾ ਤਾਂ ਅੱਧਾ ਅਨਾਜ ਫਿਰ ਮਿਲ ਜਾਵੇਗਾ। ਚਮਕੌਰ ਨੇ ਇਸ ਗੱਲ ਦਾ ਮਸ਼ਵਰਾ ਆਪਣੀ ਪਤਨੀ ਨਾਲ ਕੀਤਾ, ਪਰ ਚਮਕੌਰ ਦੀ ਪਤਨੀ ਹੋਰ ਵੀ ਜ਼ਿਆਦਾ ਦੁਸ਼ਟ ਕਿਸਮ ਦੀ ਸੀ। ਉਸਨੇ ਕਿਹਾ, ਇਸ ਵਿੱਚੋਂ ਅੱਧਾ ਅਨਾਜ ਕਿਉਂ, ਸਾਰਾ ਅਨਾਜ ਬੋਰੀਆਂ 'ਚ ਭਰ ਕੇ ਲੈ ਆਓ ਤੇ ਇੱਥੋਂ ਥੋੜੀ ਦੂਰ ਹੀ ਮੇਰੇ ਭਰਾ ਦਾ ਘਰ ਹੈ। ਇਹ ਅਨਾਜ ਤੁਸੀਂ ਉਸਦੇ ਘਰ ਰੱਖ ਦੇਣਾ। ਜਦ ਤੁਹਾਡਾ ਛੋਟਾ ਭਰਾ ਆਵੇਗਾ ਤਾਂ ਉਸਨੂੰ ਕਹਿ ਦਿਓ ਕਿ ਅਨਾਜ ਨੂੰ ਕਿਸੇ ਨੇ ਚੋਰੀ ਕਰ ਲਿਆ ਹੈ। ਦੋਸਤੋ, ਪਤਨੀ ਦਾ ਸੁਝਾਅ ਚਮਕੌਰ ਨੂੰ ਚੰਗਾ ਲੱਗਿਆ ਤੇ ਕਹਿਣ ਲੱਗਿਆ, ਤੂੰ ਤਾਂ ਮੇਰੇ ਤੋਂ ਵੀ ਹੁਸ਼ਿਆਰ ਨਿਕਲੀ। ਹੁਣ ਚਮਕੌਰ ਨੇ ਆਪਣੇ ਸਾਲੇ ਦੀ ਮਦਦ ਨਾਲ ਰਾਤ ਨੂੰ ਸਾਰਾ ਅਨਾਜ ਭਰਵਾ ਕੇ ਆਪਣੇ ਸਾਲੇ ਦੇ ਘਰ ਪਹੁੰਚਾ ਦਿੱਤਾ ਤੇ ਕਮਰੇ 'ਚ ਬੰਦ ਕਰਕੇ ਬਾਹਰੋਂ ਤਾਲਾ ਲਗਾ ਦਿੱਤਾ। ਇੱਧਰ 2 ਦਿਨ ਬਾਅਦ ਜਦੋਂ ਉਸਦਾ ਛੋਟਾ ਭਰਾ ਕੁਲਵੀਰ ਆਪਣੇ ਸਹੁਰਿਆਂ ਤੋਂ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਘਰ 'ਚ ਅਨਾਜ ਦਾ ਇੱਕ ਵੀ ਦਾਣਾ ਨਹੀਂ ਹੈ ਤਾਂ ਉਹ ਇੱਕਦਮ ਘਬਰਾ ਗਿਆ। ਇੱਧਰ ਚਮਕੌਰ ਨੇ ਸੁਣਿਆ ਕਿ ਉਸਦਾ ਛੋਟਾ ਭਰਾ ਆਪਣੀ ਪਤਨੀ ਨਾਲ ਆਪਣੇ ਸਹੁਰਿਆਂ ਵਾਪਸ ਆ ਗਿਆ ਹੈ ਤਾਂ ਉਸਨੂੰ ਸਮਝਾਉਣ ਲਈ ਨਾਟਕ ਕਰਦਾ ਹੋਇਆ ਅੱਖਾਂ 'ਚ ਨਕਲੀ ਹੰਝੂ ਲੈ ਕੇ ਭਰਾ ਦੇ ਘਰ ਪਹੁੰਚ ਗਿਆ।
ਛੋਟੇ ਭਰਾ ਨੇ ਪੁੱਛਿਆ, ਭਰਾਵਾ ਸਾਰਾ ਅਨਾਜ ਕਿੱਥੇ ਚਲਾ ਗਿਆ? ਮੈਂ ਤਾਂ ਕੱਟ ਕੇ ਇੱਥੇ ਹੀ ਰੱਖ ਕੇ ਗਿਆ ਸੀ। ਤਾਂ ਚਮਕੌਰ ਰੋਂਦੇ ਹੋਏ ਬਹਾਨਾ ਬਣਾ ਕੇ ਕਹਿਣ ਲੱਗਿਆ, ਭਰਾਵਾ ਮੈਨੂੰ ਲੱਗਦਾ ਹੈ ਸਾਰੇ ਅਨਾਜ ਨੂੰ ਰਾਤ ਦੇ ਸਮੇਂ ਚੋਰ ਚੁਰਾ ਕੇ ਲੈ ਗਏ। ਹਾਏ ਹੁਣ ਕੀ ਹੋਵੇਗਾ? ਪੂਰਾ ਸਾਲ ਹੁਣ ਅਸੀਂ ਦੋਵੇਂ ਆਪਣੇ ਬੱਚਿਆਂ ਨੂੰ ਕੀ ਖਵਾਵਾਂਗੇ? ਇਹਨਾਂ ਗੱਲਾਂ ਨੂੰ ਹੀ ਸੋਚ ਸੋਚ ਕੇ ਮੈਂ ਰੋ ਰਿਹਾ ਹਾਂ। ਚੋਰੀ ਦੀ ਗੱਲ ਸੁਣ ਕੇ ਛੋਟਾ ਭਰਾ ਵੀ ਬੜਾ ਦੁਖੀ ਹੋਇਆ ਤੇ ਸੋਚਣ ਲੱਗਿਆ ਕਿ ਬੜੀ ਮਿਹਨਤ ਨਾਲ ਮੈਂ ਅਨਾਜ ਉਗਾਇਆ ਸੀ। 2 ਦਿਨ ਲਈ ਮੈਂ ਸਹੁਰੇ ਘਰ ਕੀ ਚਲਾ ਗਿਆ, ਕੋਈ ਸਾਡੇ ਅਨਾਜ ਨੂੰ ਹੀ ਚੁਰਾ ਕੇ ਲੈ ਗਿਆ। ਹੁਣ ਅਸੀਂ ਆਪਣੇ ਬੱਚਿਆਂ ਨੂੰ ਕੀ ਖਵਾਵਾਂਗੇ? ਵੱਡਾ ਭਰਾ ਬੋਲਿਆ, ਭਰਾਵਾ ਜੋ ਹੋਣਾ ਸੀ ਸੋ ਹੋ ਗਿਆ, ਹੁਣ ਅਸੀਂ ਕਰ ਵੀ ਕੀ ਸਕਦੇ ਹਾਂ? ਹੁਣ ਜਿਵੇਂ ਤਿਵੇਂ ਬੱਚਿਆਂ ਦਾ ਪੇਟ ਤਾਂ ਪਾਲਣਾ ਹੀ ਪਵੇਗਾ। ਮੈਂ ਆਪਣੇ ਸਹੁਰਿਆਂ ਤੋਂ ਥੋੜਾ ਅਨਾਜ ਮੰਗ ਲਵਾਂਗਾ, ਕੁਝ ਦਿਨਾਂ ਦਾ ਗੁਜ਼ਾਰਾ ਹੋ ਜਾਵੇਗਾ। ਤੂੰ ਵੀ ਆਪਣੇ ਸਹੁਰਿਓਂ ਮਦਦ ਲੈ ਲਵੀਂ। ਇਸ ਤਰ੍ਹਾਂ ਛੋਟੇ ਭਰਾ ਨੂੰ ਦਿਲਾਸਾ ਦੇ ਕੇ ਚਮਕੌਰ ਆਪਣੇ ਘਰ ਵਾਪਸ ਆ ਗਿਆ ਤੇ ਆ ਕੇ ਆਪਣੀ ਪਤਨੀ ਦੇ ਸਾਹਮਣੇ ਬੜਾ ਖੁਸ਼ ਹੁੰਦਾ ਹੈ। ਕਹਿਣ ਲੱਗਿਆ, ਆਪਣਾ ਤਾਂ ਹੁਣ ਕਾਫੀ ਦਿਨਾਂ ਤੱਕ ਦਾ ਗੁਜ਼ਾਰਾ ਹੋ ਗਿਆ। 1-2 ਸਾਲ ਤੱਕ ਹੁਣ ਸਾਨੂੰ ਕਮਾਉਣ ਦੀ ਕੋਈ ਜ਼ਰੂਰਤ ਨਹੀਂ ਪਵੇਗੀ। ਬੈਠ ਕੇ ਆਰਾਮ ਨਾਲ ਮੌਜ ਨਾਲ ਖਾਵਾਂਗੇ। ਛੋਟਾ ਭਰਾ ਆਪਣੀ ਸੋਚ ਕੇ ਉਹ ਕੀ ਕਰੇਗਾ। ਦੋਸਤੋ, ਚਮਕੌਰ ਨੇ ਕੁਲਵੀਰ ਤੋਂ ਆਪਣੇ ਖੇਤ ਵੀ ਅਲੱਗ ਕਰ ਲਏ। ਇੱਧਰ ਕੁਲਵੀਰ ਬੜੀ ਚਿੰਤਾ ਵਿੱਚ ਸੀ ਕਿ ਉਹ ਹੁਣ ਕੀ ਖਾਵੇਗਾ ਤੇ ਕੀ ਪਰਿਵਾਰ ਨੂੰ ਖਵਾਵੇਗਾ। ਤਾਂ ਉਸਦੀ ਪਤਨੀ ਨੇ ਉਸਨੂੰ ਸਮਝਾਇਆ ਕਿ ਦੇਖੋ, ਚਿੰਤਾ ਨਾ ਕਰੋ, ਭਗਵਾਨ ਤੇ ਭਰੋਸਾ ਰੱਖੋ। ਜਦ ਉਸਨੇ ਮੂੰਹ ਦਿੱਤਾ ਹੈ ਤਾਂ ਕਿਤੋਂ ਨਾ ਕਿਤੋਂ ਖਾਣ ਨੂੰ ਵੀ ਦੇਵੇਗਾ। ਕੁਝ ਦਿਨਾਂ ਲਈ ਮੈਂ ਆਪਣੇ ਪੇਕਿਓਂ ਅਨਾਜ ਮੰਗ ਲੈਂਦੀ ਹਾਂ, ਉਦੋਂ ਤੱਕ ਸਾਡੀ ਅਗਲੀ ਫਸਲ ਵੀ ਤਿਆਰ ਹੋ ਜਾਵੇਗੀ। ਤੁਸੀਂ ਕੰਮ ਕਰੋ, ਆਪਣੇ ਘਰ ਦੇ ਬਾਹਰ ਜੋ ਛੋਟਾ ਜਿਹਾ ਖੇਤ ਬੰਜਰ ਪਿਆ ਹੈ, ਉਸ ਦੀ ਖੁਦਾਈ ਕਰਕੇ ਉਸ ਵਿੱਚ ਸਬਜ਼ੀਆਂ ਲਗਾ ਦਿਓ। ਸਬਜ਼ੀਆਂ ਤਿਆਰ ਹੋ ਜਾਣਗੀਆਂ ਤਾਂ ਬਾਜ਼ਾਰੋਂ ਮੁੱਲ ਨਹੀਂ ਲਿਆਣੀਆਂ ਪੈਣਗੀਆਂ। ਪਤਨੀ ਦੀ ਗੱਲ ਸੁਣ ਕੇ ਕੁਲਵੀਰ ਨੇ ਕਈ ਚੱਕੀ ਤੇ ਬੰਜਰ ਖੇਤ ਨੂੰ ਖੋਦਣ ਲੱਗਿਆ। ਜ਼ਮੀਨ ਪੁੱਟਦੇ ਪੁੱਟਦੇ ਉਸਦੀ ਕਈ ਇੱਕ ਪੱਥਰ ਨਾਲ ਜਾ ਟਕਰਾਈ। ਉਸਨੇ ਪੱਥਰ ਨੂੰ ਹਟਾਉਣ ਲਈ ਉਸਨੂੰ ਹੋਰ ਡੂੰਘਾ ਪੁੱਟਿਆ। ਦੋਸਤੋ, ਜਦ ਉਸਨੇ ਪੱਥਰ ਹਟਾਇਆ ਤਾਂ ਉਸ ਪੱਥਰ ਦੇ ਹੇਠਾਂ ਉਸਨੂੰ ਸੋਨੇ ਦੇ ਸਿੱਕਿਆਂ ਦੀ ਭਰੀ ਇੱਕ ਮਟਕੀ ਮਿਲੀ। ਉਸ ਮਟਕੀ ਨੂੰ ਕੱਢ ਕੇ ਖੁਸ਼ੀ-ਖੁਸ਼ੀ ਆਪਣੇ ਘਰ ਲੈ ਆਇਆ। ਸੋਨੇ ਦੇ ਸਿੱਕਿਆਂ ਨਾਲ ਭਰੀ ਮਟਕੀ ਜਦ ਉਸਨੇ ਆਪਣੀ ਪਤਨੀ ਨੂੰ ਦਿਖਾਈ ਤਾਂ ਉਸ ਦੀ ਪਤਨੀ ਬੜੀ ਖੁਸ਼ ਹੋਈ ਤੇ ਵਾਰ-ਵਾਰ ਭਗਵਾਨ ਦਾ ਧੰਨਵਾਦ ਕਰਨ ਲੱਗੀ ਕਿ ਧੰਨ ਹੈ ਮਾਲਕਾ ਤੂੰ। ਦੋਸਤੋ, ਜੇਕਰ ਕਿਸੇ ਦਾ ਇੱਕ ਰਾਹ ਬੰਦ ਹੋ ਜਾਂਦਾ ਹੈ ਤਾਂ ਉਸਨੂੰ ਘਬਰਾਉਣਾ ਨਹੀਂ ਚਾਹੀਦਾ। ਪਰਮਾਤਮਾ ਉਸਦੇ ਲਈ ਕਈ ਰਾਹ ਹੋਰ ਖੋਲ ਦਿੰਦਾ ਹੈ। ਜੇਕਰ ਅੱਜ ਚੋਰੀ ਨਾ ਹੋਈ ਹੁੰਦੀ ਤਾਂ ਨਾ ਅਸੀਂ ਇਸ ਬੰਜਰ ਜ਼ਮੀਨ ਨੂੰ ਖੋਦਣ ਜਾਂਦੇ ਤੇ ਨਾ ਸਾਨੂੰ ਇਹ ਮਟਕੀ ਮਿਲਦੀ। ਸੱਚ ਕਿਹਾ ਹੈ ਕਿਸੇ ਨੇ, ਜੇਕਰ ਕਿਸਮਤ ਆਪਣੇ ਪੱਖ ਵਿੱਚ ਹੋ ਜਾਵੇ ਤਾਂ ਹੱਥੋਂ ਗਿਆ ਹੋਇਆ, ਚੋਰੀ ਹੋਇਆ, ਗੁੰਮਿਆ ਹੋਇਆ ਧਨ ਵੀ ਵਾਪਸ ਮਿਲ ਜਾਂਦਾ ਹੈ। ਪਰ ਜੇਕਰ ਕਿਸਮਤ ਉਲਟੀ ਨਿਕਲ ਜਾਵੇ ਤਾਂ ਮਿਲ ਕੇ ਵੀ ਚਲਿਆ ਜਾਂਦਾ ਹੈ। ਦੋਸਤੋ, ਹੁਣ ਤਾਂ ਕੁਲਵੀਰ ਤੇ ਉਸਦੀ ਪਤਨੀ ਦੇ ਬੱਚੇ ਬੜੇ ਸੁਖੀ ਰਹਿਣ ਲੱਗੇ। ਕੁਝ ਸੋਨੇ ਦੇ ਸਿੱਕਿਆਂ ਨੂੰ ਵੇਚ ਕੇ ਉਹਨਾਂ ਨੇ ਆਪਣੇ ਘਰ ਦੀਆਂ ਸਾਰੀਆਂ ਚੀਜ਼ਾਂ ਖਰੀਦ ਲਈਆਂ। ਅਨਾਜ ਵੀ ਬਹੁਤ ਹੋ ਗਿਆ। ਉਹਨਾਂ ਦੀ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹੀ। ਹੌਲੀ-ਹੌਲੀ 6 ਮਹੀਨੇ ਬੀਤ ਗਏ। ਉਧਰ ਚਮਕੌਰ ਦੀ ਪਤਨੀ ਨੇ ਆਪਣੇ ਪਤੀ ਨੂੰ ਕਿਹਾ, ਸੁਣਦੇ ਹੋ, ਹੁਣ ਤਾਂ ਬਹੁਤ ਦਿਨ ਹੋ ਗਏ। ਭਰਾ ਦੇ ਘਰ ਜੋ ਅਨਾਜ ਰੱਖਿਆ ਹੈ ਉਸ ਨੂੰ ਲਿਜਾ ਕੇ ਮੰਡੀ ਵੇਚ ਆਓ ਤੇ ਬਾਜ਼ਾਰ ਤੋਂ ਕੁਝ ਖਾਣ ਪੀਣ ਦਾ ਸਮਾਨ ਖਰੀਦ ਲਿਆਓ ਤੇ ਮੇਰੇ ਲਈ ਨਵੇਂ ਕੱਪੜੇ ਤੇ ਗਹਿਣੇ ਵੀ ਲੈ ਆਓ। ਚਮਕੌਰ ਨੇ ਕਿਹਾ, ਹਾਂ ਤੂੰ ਠੀਕ ਕਹਿੰਦੀ ਹੈ, ਫਸਲ ਤਾਂ ਵੇਚ ਹੀ ਦੇਵਾਂਗੀ। ਮੈਨੂੰ ਲੱਗਦਾ ਹੈ ਕਿ ਸਾਨੂੰ ਹੋਰ ਥੋੜੇ ਦਿਨ ਇੰਤਜ਼ਾਰ ਕਰਨਾ ਚਾਹੀਦਾ ਹੈ। ਜੇਕਰ ਛੋਟਾ ਭਰਾ ਦੇਖੇਗਾ ਕਿ ਮੈਂ ਤੇਰੇ ਲਈ ਨਵੇਂ ਕੱਪੜੇ ਤੇ ਗਹਿਣੇ ਲਿਆਇਆ ਹਾਂ ਤਾਂ ਸੋਚੇਗਾ ਕਿ ਇਸਦੇ ਕੋਲ ਇੰਨੇ ਪੈਸੇ ਕਿੱਥੋਂ ਆਏ। ਤਾਂ ਉਹ ਸਮਝ ਜਾਵੇਗਾ। ਤੇ ਔਰਤਾਂ ਦਾ ਤਾਂ ਸੁਭਾਅ ਹੁੰਦਾ ਹੈ ਕਿ ਜਦ ਤੱਕ ਉਹ ਆਪਣੇ ਗਹਿਣੇ ਕਿਸੇ ਨੂੰ ਦਿਖਾ ਨਹੀਂ ਦਿੰਦੀਆਂ ਉਦੋਂ ਤੱਕ ਉਹਨਾਂ ਨੂੰ ਚੈਨ ਨਹੀਂ ਪੈਂਦਾ। ਇਸ ਲਈ ਥੋੜੇ ਦਿਨ ਹੋਰ ਇੰਤਜ਼ਾਰ ਕਰ ਲੈਣਾ। ਦੋਸਤੋ, ਇਸ ਤਰ੍ਹਾਂ ਉਸਨੇ ਆਪਣੀ ਪਤਨੀ ਨੂੰ ਸਮਝਾ ਦਿੱਤਾ। ਹੌਲੀ-ਹੌਲੀ ਫਿਰ ਕੁਝ ਹੋਰ ਮਹੀਨੇ ਬੀਤ ਗਏ। ਇੱਕ ਦਿਨ ਚਮਕੌਰ ਦੀ ਪਤਨੀ ਨੇ ਜ਼ਿਆਦਾ ਹੀ ਜ਼ਿੱਦ ਕੀਤੀ
ਤੱਕ ਚਮਕੌਰ ਉਹ ਅਨਾਜ ਵੇਚਣ ਲਈ ਤਿਆਰ ਹੋ ਗਿਆ ਤੇ ਬਲਦ ਗੱਡੀ ਲੈ ਕੇ ਆਪਣੇ ਸਾਲੇ ਦੇ ਘਰ ਪਹੁੰਚਿਆ। ਜਿਸ ਕਮਰੇ 'ਚ ਉਹ ਅਨਾਜ ਬੰਦ ਸੀ ਉਸ ਨੂੰ ਤਾਲਾ ਲੱਗਿਆ ਹੋਇਆ ਸੀ। ਚਮਕੌਰ ਨੇ ਆਪਣੇ ਸਾਲੇ ਨੂੰ ਕਿਹਾ ਕਿ ਤਾਲਾ ਖੁਲਵਾਇਆ। ਇਸ ਤੋਂ ਪਹਿਲਾਂ ਕਿਸੇ ਨੇ ਵੀ ਉਸ ਕਮਰੇ ਨੂੰ ਖੋਲ੍ਹ ਕੇ ਨਹੀਂ ਦੇਖਿਆ ਸੀ। ਜਿਵੇਂ ਹੀ ਦਰਵਾਜ਼ਾ ਖੁੱਲ੍ਹਦਾ ਹੈ ਤਾਂ ਕਮਰੇ ਦੇ ਅੰਦਰੋਂ ਦਾ ਨਜ਼ਾਰਾ ਦੇਖ ਕੇ ਚਮਕੌਰ ਹੈਰਾਨ ਰਹਿ ਗਿਆ। ਉਸਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਉਸਨੇ ਦੇਖਿਆ ਕਿ ਕਮਰੇ 'ਚ ਹਜ਼ਾਰਾਂ ਹੀ ਗਿਣਤੀ ਵਿੱਚ ਚੂਹੇ ਸਨ ਤੇ ਫਸਲ ਦਾ ਇੱਕ ਵੀ ਦਾਣਾ ਚੂਹਿਆਂ ਨੇ ਸਾਬਤ ਨਹੀਂ ਛੱਡਿਆ ਸੀ। ਪੂਰੇ ਕਮਰੇ 'ਚ ਫਸਲ ਤੂੜੀ ਬਣੀ ਪਈ ਸੀ। ਇਹ ਦੇਖ ਕੇ ਚਮਕੌਰ ਸਿਰ ਫੜ ਕੇ ਬੈਠ ਗਿਆ। ਚੂਹੇ ਉਸਦਾ ਸਾਰਾ ਅਨਾਜ ਖਾ ਗਏ ਸਨ। ਉਸਨੂੰ ਹੁਣ ਪਛਤਾਵਾ ਹੋ ਰਿਹਾ ਸੀ ਕਿ ਭਰਾ ਨਾਲ ਬੇਈਮਾਨੀ ਕਰਕੇ ਉਸਨੇ ਚੰਗਾ ਨਹੀਂ ਕੀਤਾ। ਭਰਾ ਦੇ ਹਿੱਸੇ ਦੇ ਨਾਲ-ਨਾਲ ਉਸਦੇ ਹਿੱਸੇ ਨੂੰ ਵੀ ਚੂਹੇ ਖਾ ਗਏ। ਕਿਸੇ ਨੇ ਸੱਚ ਕਿਹਾ ਹੈ, ਬੇਈਮਾਨੀ ਦਾ ਧਨ ਕਦੇ ਨਹੀਂ ਫਲਦਾ। ਪਰਮਾਤਮਾ ਕਿਤੋਂ ਨਾ ਕਿਤੋਂ ਉਸਦਾ ਹਿਸਾਬ ਜ਼ਰੂਰ ਲੈ ਲੈਂਦਾ ਹੈ। ਜੇਕਰ ਤੁਸੀਂ ਕਿਸੇ ਦਾ ਖਾਓਗੇ ਤਾਂ ਕੋਈ ਤੁਹਾਡਾ ਵੀ ਖਾ ਜਾਵੇਗਾ। ਕਿਸੇ ਦੇ ਸਿੱਧੇ ਹੋਣ ਦਾ ਨਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ। ਸਿੱਧੇ ਸੱਜਣ ਲੋਕਾਂ ਦੀ ਮਦਦ ਹਮੇਸ਼ਾ ਭਗਵਾਨ ਕਰਦਾ ਹੈ। ਚਮਕੌਰ ਬੜਾ ਦੁਖੀ ਹੁੰਦਾ ਹੋਇਆ ਆਪਣੇ ਘਰ ਵਾਪਸ ਗਿਆ ਤੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਕਿ ਅਸੀਂ ਛੋਟੇ ਭਰਾ ਨਾਲ ਬੇਈਮਾਨੀ ਕੀਤੀ ਤੇ ਉਸ ਦਾ ਨਤੀਜਾ ਅੱਜ ਸਾਨੂੰ ਮਿਲ ਗਿਆ ਹੈ। ਸਾਡਾ ਸਾਰਾ ਅਨਾਜ ਚੂਹਿਆਂ ਨੇ ਖਾ ਲਿਆ ਹੈ। ਹੁਣ ਅਸੀਂ ਕੀ ਕਰਾਂਗੇ? ਅਸੀਂ ਤਾਂ ਕਰਜ਼ਾ ਲੈ ਲੈ ਕੇ ਆਪਣੇ ਸਿਰ ਤੇ ਬਹੁਤ ਕਰਜ਼ਾ ਚੜਾ ਲਿਆ ਹੈ। ਸੋਚਿਆ ਸੀ ਕਿ ਅਨਾਜ ਵੇਚ ਕੇ ਸਾਰਾ ਕਰਜ਼ਾ ਉਤਾਰ ਦੇਵਾਂਗੇ, ਪਰ ਚੂਹਿਆਂ ਨੇ ਤਾਂ ਅਨਾਜ ਦਾ ਇੱਕ ਵੀ ਦਾਣਾ ਨਹੀਂ ਛੱਡਿਆ। ਹੁਣ ਅਸੀਂ ਕਰਜ਼ਾ ਕਿੱਥੋਂ ਚੁਕਾਵਾਂਗੇ? ਕਿੱਥੋਂ ਬਾਲ ਬੱਚਿਆਂ ਨੂੰ ਖਵਾਵਾਂਗੇ? ਦੋਸਤੋ, ਹੁਣ ਤਾਂ ਚਮਕੌਰ ਦੀ ਜ਼ਿੰਦਗੀ 'ਚ ਇੱਕ ਇੱਕ ਦਾਣੇ ਦੀ ਕਮੀ ਹੋ ਗਈ। ਭੁੱਖ ਨਾਲ ਮਰਨ ਦੀ ਨੌਬਤ ਆ ਗਈ। ਕਰਜ਼ਾ ਮੰਗਣ ਵਾਲੇ ਉਸਦੇ ਦਰਵਾਜ਼ੇ ਨੂੰ ਘੇਰੇ ਖੜੇ ਰਹਿੰਦੇ ਸੀ। ਘਰੇ ਰਾਸ਼ਨ ਤੱਕ ਨਹੀਂ ਸੀ ਜੋ ਆਪਣੀ ਪਤਨੀ ਤੇ ਬੱਚਿਆਂ ਨੂੰ ਖਵਾਉਂਦਾ। ਭਰਾ ਦਾ ਹਿੱਸਾ ਮਾਰਨ ਦੀ ਇਹੋ ਜਿਹੀ ਸਜ਼ਾ ਮਿਲੀ ਕਿ ਉਸਦੇ ਘਰ ਭੋਜਨ ਤੇ ਕੱਪੜਿਆਂ ਦੀ ਕਮੀ ਹੋ ਗਈ। ਭੀਖ ਮੰਗਣ ਤੇ ਵੀ ਉਸਨੂੰ ਕੋਈ ਕੁਝ ਨਹੀਂ ਦਿੰਦਾ ਸੀ। ਇੱਕ ਦਿਨ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਚਮਕੌਰ ਤੇ ਉਸਦੀ ਪਤਨੀ ਨੇ ਆਪਸ ਵਿੱਚ ਸਲਾਹ ਕੀਤੀ ਕਿ ਅਸੀਂ ਆਪਣੇ ਭਰਾ ਨਾਲ ਬੇਈਮਾਨੀ ਕਰਕੇ ਬਹੁਤ ਵੱਡਾ ਪਾਪ ਕੀਤਾ ਹੈ। ਭਗਵਾਨ ਉਸੇ ਦੀ ਸਜ਼ਾ ਸਾਨੂੰ ਦੇ ਰਿਹਾ ਹੈ। ਸਾਨੂੰ ਚੱਲ ਕੇ ਸਾਫ਼-ਸਾਫ਼ ਉਹਨਾਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਆਪਣੇ ਕੀਤੇ ਦੀ ਮਾਫ਼ੀ ਮੰਗਣੀ ਚਾਹੀਦੀ ਹੈ। ਉਹ ਦੋਵੇਂ ਪਤੀ ਪਤਨੀ ਲਾਚਾਰ ਹੋ ਕੇ ਕੁਲਵੀਰ ਦੇ ਘਰ ਚਲੇ ਗਏ ਤੇ ਉਸਦੇ ਪੈਰਾਂ ਵਿੱਚ ਟਿਕ ਪਏ ਤੇ ਮਾਫ਼ੀ ਮੰਗਣ ਲੱਗੇ ਤੇ ਉਸਨੂੰ ਸਾਰੀ ਗੱਲ ਦੱਸੀ ਕਿ ਭਰਾਵਾ, ਅਸੀਂ ਤੇਰੇ ਅਪਰਾਧੀ ਹਾਂ। ਉਹ ਅਨਾਜ ਚੋਰਾਂ ਨੇ ਨਹੀਂ, ਅਸੀਂ ਚੁਰਾਇਆ ਸੀ, ਪਰ ਉਹ ਚੋਰੀ ਦੀ ਸਜ਼ਾ ਭਗਵਾਨ ਨੇ ਸਾਨੂੰ ਬਹੁਤ ਚੰਗੀ ਦਿੱਤੀ ਹੈ। ਚੁਰਾਏ ਗਏ ਅਨਾਜ ਦਾ ਇੱਕ ਵੀ ਦਾਣਾ ਚੂਹਿਆਂ ਨੇ ਨਹੀਂ ਛੱਡਿਆ। ਅਸੀਂ ਆਪਣੀ ਗਲਤੀ ਦੀ ਮਾਫ਼ੀ ਮੰਗਣ ਆਏ ਹਾਂ। ਆ ਸਾਡੇ ਬਾਲ ਬੱਚੇ ਭੁੱਖੇ ਹਨ। ਭੋਜਨ ਕੱਪੜਿਆਂ ਦੀ ਬਹੁਤ ਵੱਡੀ ਮੁਸ਼ਕਲ ਆ ਗਈ ਹੈ। ਭਰਾਵਾ, ਮੈਨੂੰ ਮਾਫ਼ ਕਰ ਦੇ। ਦੋਸਤੋ, ਆਪਣੇ ਵੱਡੇ ਭਰਾ ਤੇ ਆਪਣੀ ਭਾਬੀ ਨੂੰ ਗਿੜਗਿੜਾਉਂਦਾ ਹੋਇਆ ਦੇਖ ਕੇ ਕੁਲਵੀਰ ਨੇ ਉੱਠ ਕੇ ਉਹਨਾਂ ਨੂੰ ਸੀਨੇ ਨਾਲ ਲਗਾ ਲਿਆ ਤੇ ਕਿਹਾ, ਭਰਾਵਾ, ਤੁਸੀਂ ਚਿੰਤਾ ਨਾ ਕਰੋ। ਤੁਹਾਡੇ ਬੱਚੇ ਵੀ ਮੇਰੇ ਹੀ ਹਨ। ਉਹ ਭੁੱਖੇ ਨਹੀਂ ਮਰਨਗੇ। ਕੁਲਵੀਰ ਨੇ ਉਹਨਾਂ ਨੂੰ 4 ਸੋਨੇ ਦੇ ਸਿੱਕੇ ਲਿਆ ਕੇ ਦਿੱਤੇ ਤੇ ਕਿਹਾ, ਭਰਾਵਾ, ਤੂੰ ਇਹਨਾਂ ਸਿੱਕਿਆਂ ਨੂੰ ਵੇਚ ਕੇ ਬਾਜ਼ਾਰੋਂ ਖਾਣ ਲਈ ਕੁਝ ਅਨਾਜ ਤੇ ਕੱਪੜੇ ਲੈ ਆ। ਤੂੰ ਆਪਣੀ ਗਲਤੀ ਮੰਨ ਲਈ, ਇਹੀ ਕਾਫੀ ਹੈ। ਛੋਟੇ ਭਰਾ ਦੀ ਦਇਆ ਦੇਖ ਕੇ ਉਹ ਹੋਰ ਵੀ ਜ਼ਿਆਦਾ ਸ਼ਰਮਿੰਦਾ ਮਹਿਸੂਸ ਕਰਨ ਲੱਗੇ। ਦੋਸਤੋ, ਉਹਨਾਂ ਨੂੰ ਆਪਣੀ ਕਰਨੀ ਦੀ ਸਜ਼ਾ ਮਿਲ ਚੁੱਕੀ ਸੀ। ਉਹ ਸਮਝ ਗਏ ਕਿ ਸਕੇ ਤੇ ਉਹ ਵੀ ਸਿੱਧੇ ਸਾਦੇ ਭਰਾ ਨਾਲ ਬੇਈਮਾਨੀ ਕਦੇ ਨਹੀਂ ਕਰਨੀ ਚਾਹੀਦੀ। ਭਰਾ ਦਾ ਹਿੱਸਾ ਖਾਣ ਵਾਲੇ ਨੂੰ ਭਗਵਾਨ ਬਹੁਤ ਬੁਰੀ ਸਜ਼ਾ ਦਿੰਦਾ ਹੈ। ਤੁਸੀਂ ਰਮਾਇਣ ਵਿੱਚ ਸੁਣਿਆ ਹੋਵੇਗਾ ਕਿ ਬਾਲੀ ਨੇ ਆਪਣੇ ਭਰਾ ਸੁਗਰੀਵ ਨੂੰ ਉਸਦੇ ਧਨ ਤੇ ਰਾਜ ਤੋਂ ਵਾਂਝਾ ਕਰ ਦਿੱਤਾ ਸੀ ਤੇ ਸ਼੍ਰੀ ਰਾਮ ਨੇ ਬਾਲੀ ਨੂੰ ਮਾਰ ਕੇ ਉਸਨੂੰ ਸਜ਼ਾ ਦਿੱਤੀ ਤੇ ਸੁਗਰੀਵ ਨੂੰ ਬਾਲੀ ਦਾ ਪੂਰਾ ਰਾਜ ਸੌਂਪ ਦਿੱਤਾ। ਰਾਵਣ ਨੇ ਵੀ ਆਪਣੇ ਭਰਾ ਵਿਭੀਸ਼ਣ ਨੂੰ ਲੱਤ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਸੀ ਤੇ ਉਸਦਾ ਨਤੀਜਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਵਿਭੀਸ਼ਣ ਨੂੰ ਹੀ ਲੰਕਾ ਦਾ ਰਾਜ ਮਿਲਿਆ। ਕੌਰਵਾਂ ਨੇ ਵੀ ਪਾਂਡਵਾਂ ਦਾ ਹਿੱਸਾ ਨਹੀਂ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ
ਸਾਰੇ ਦੇ ਸਾਰੇ ਕੌਰਵ ਮਾਰੇ ਗਏ ਤੇ ਧਰਮਰਾਜ ਪੂਰੇ ਰਾਜ ਦਾ ਰਾਜਾ ਬਣ ਗਿਆ। ਭਰਾ ਦਾ ਹਿੱਸਾ ਖਾਣ ਵਾਲੇ ਦਾ ਹਮੇਸ਼ਾ ਸਰਵਨਾਸ਼ੀ ਹੁੰਦਾ ਹੈ, ਇਸ ਲਈ ਭਰਾ ਦਾ ਹਿੱਸਾ ਕਦੇ ਵੀ ਨਹੀਂ ਖਾਣਾ ਚਾਹੀਦਾ। ਇਹ ਸਭ ਤੋਂ ਵੱਡਾ ਅਪਰਾਧ ਹੁੰਦਾ ਹੈ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਮਿਲਦੇ ਹਾਂ ਅਗਲੀ ਵੀਡੀਓ 'ਚ। ਤਦ ਤੱਕ ਲਈ ਆਪਣਾ ਖਿਆਲ ਰੱਖਣਾ ਤੇ ਹਮੇਸ਼ਾ ਮੁਸਕਰਾਉਂਦੇ ਰਹਿਣਾ। ਧੰਨਵਾਦ।